ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਕ ਮਨ ਪੁਰਖ ਧਿਆਏ ਬਰ ਦਾਤਾ ਸੰਤ ਸਹਾਰ ਸਦਾ ਬਖਿਆਤਾ। ਤਾਸ ਚਰਨ ਲੈ ਹਿਰਦੈ ਬਸਾਵਹੁ ਤੋ ਪਰਮ ਗੁਰੂ ਨਾਨਕ ਗੁਣ ਗਾਵਹੁ। ਗਾਵਹੁ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਾਰੇ। ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੈ। ਗਾਵਹਿ ਇੰਦਰਾਦ ਭਗਤ ਪਹਿਰਲਾਦਕ ਆਤਮ ਰਸ ਜਿਨ ਜਾਣਿਓ। ਕਬ ਕਲ ਸੋ ਜਸ ਗਾਵਹੁ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ। ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ। ਡੁੱਬਦਾ ਪੱਥਰ ਲੀਜੈ ਬੇਸ਼ੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹੀ ਮਹਿਲਾ ਪਹਿਲਾ ਕਾਫੀ ਘਰ ਦਸਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਨ ਤਨ ਹੋਏ ਚੁਲੰਭ ਜੇ ਸਤਿਗੁਰ ਭਾਇਆ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਨ ਤਨ ਹੋਏ ਚੁਲੰਭ ਜੇ ਸਤਿਗੁਰ ਭਾਇਆ। ਚੱਲੈ ਜਨਮ ਸਵਾਰ ਵਖਰ ਸਚ ਲੈ। ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ। ਮਨ ਤਨ ਸੱਚ ਸਲਾਹ ਸਾਚੇ ਮਨ ਭਾਇਆ। ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ। ਹਉ ਜੀਵਾ ਗੁਣ ਸਾਰ ਅੰਤਰ ਤੂੰ ਵਸੈ। ਤੂੰ ਵਸਹਿ ਮਨ ਮਾਹੇ ਸਹਿਜੇ ਰਸ ਰਸੈ। ਮੂਰਖ ਮਨ ਸਮਝਾਏ ਆਖੂੰ ਕੇਤੜਾ। ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ। ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ।
ਜੇ ਚੱਲਹਿ ਗੁਣ ਨਾਲ, ਨਾਹੀ ਦੁਖ ਸੰਤਾਪਣਾ। ਮਨ ਮੁਖ ਭਰਮ ਭੁਲਾਣਾ, ਨਾ ਤਿਸ ਰੰਗ ਹੈ। ਮਰਸੀ ਹੋਏ ਵਿਡਾਣਾ, ਮਨ ਤਨ ਭੰਗ ਹੈ। ਗੁਰ ਕੀ ਕਾਰ ਕਮਾਏ, ਲਾਹਾ ਘਰ ਆਣਿਆ। ਗੁਰਬਾਣੀ ਨਿਰਬਾਣ, ਸ਼ਬਦ ਪਛਾਣਿਆ। ਇਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ। ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਇਕ ਨਾਨਕ ਕੀ ਅਰਦਾਸ, ਜੇ ਤੁਧ ਭਾਵਸੀ। ਮੈਂ ਦੀਜੈ ਨਾਮ ਨਿਵਾਸ, ਹਰ ਗੁਣ ਗਾਵਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗੋ ਜੁਗ ਅਟਲ ਗਰੀਬ ਨਵਾਜ, ਦਸਾਂ ਪਾਤਸ਼ਾਹੀਆਂ ਕੀ ਆਤਮਕ ਜੋਤ। ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ, ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ। ਸਦਾ ਅੰਗ ਸੰਗੇ ਆਪੰਗੰਗ ਬਹਿਬੂਤੇ, ਲੋਕ ਅਤੇ ਪਰਲੋਕ ਦੇ ਸਹਾਇਕ। ਸ਼ਬਦ ਗੁਰੂ ਧੰਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੱਜ ਐਤਵਾਰ ਦੇ ਵਿਸ਼ੇਸ਼ ਸਜੇ ਹੋਏ ਦੀਵਾਨਾਂ ਦੀਆਂ ਆਪ ਸੰਗਤਾਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਹੋ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਇੰਦਾ। ਦੇ ਮਹਾਵਾਕ ਅਨੁਸਾਰ ਧੁਰ ਕੀ ਬਾਣੀ ਰੱਬੀ ਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਰਾਏ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵੇਲੇ ਉਹਨਾਂ ਦੀ ਮੁਬਾਰਕ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ ਦੇ ਨਾਲ ਸਾਂਝ ਪਾਈਏ। ਜੋ ਪਾਵਨ ਬਚਨ ਆਪ ਜੀ ਨੇ ਪਾਠ ਉਪੰਦਰ ਸਰਵਣ ਕੀਤੇ ਹਨ, ਇਹ ਪਾਵਨ ਬਚਨ ਸੂਹੀ ਰਾਗ ਦੇ ਅੰਦਰ ਜ਼ਾਹਰ ਪੀਰ ਜਗਤ ਗੁਰੂ ਬਾਬਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਸਤਿਗੁਰ ਕਿਰਪਾ ਕਰਨ ਬਖਸ਼ਿਸ਼ ਕਰਨ ਇਹਨਾਂ ਪਾਵਨ ਬਚਨਾਂ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜਿਤਨੇ ਸਤ ਸੰਗੀ ਜਨ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਸਭਨਾਂ ਨੂੰ ਬੇਨਤੀ ਹੈ, ਕਰੋ ਮਨ ਬਿਰਤੀਆਂ ਇਕਾਗਰ। ਸੁਰਤ ਨੂੰ ਗੁਰੂ ਦੇ ਸ਼ਬਦ ਵਿੱਚ ਜੋੜਨ ਦਾ ਯਤਨ ਕਰੋ। ਰਸਨਾ ਨੂੰ ਕਰੋ ਪਵਿੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਰਮਾਤਮਾ ਨੇ ਸਾਡੇ ਉੱਤੇ ਬੜੀ ਕਿਰਪਾ ਕੀਤੀ, ਰਹਿਮਤ ਕੀਤੀ। ਇੱਕ ਸਾਨੂੰ ਮੌਕਾ ਬਖਸ਼ਿਆ ਹੈ ਕਿ ਉਸ ਨਿਰੰਕਾਰ ਪਰਮਾਤਮਾ ਦੇ ਨਾਲ ਮਿਲਣ ਦਾ। ਕਿਉਂਕਿ ਸਤਿਗੁਰੂ ਜਦੋਂ ਤਰੁੱਠਦੇ ਹਨ, ਕਿਰਪਾ ਕਰਦੇ ਆ, ਫਿਰ ਮਨੁੱਖਾ ਦੇਹੀ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਜੀ ਨੇ ਬਾਣੀ ਅੰਦਰ ਬਾਰ-ਬਾਰ ਇੱਕ ਗੱਲ ਦ੍ਰਿੜ ਕਰਵਾਈ ਕਿ ਮਨੁੱਖਾ ਦੇਹੀ ਉਸ ਮਾਲਕ ਪਰਮਾਤਮਾ ਨੇ ਦਿੱਤੀ ਹੈ। ਇਸ ਮਨੁੱਖਾ ਦੇਹੀ ਨੂੰ ਪਾ ਕੇ ਸਾਡਾ ਅਸਲ ਕਾਰਜ ਕੀ ਹੈ, ਅਸੀਂ ਕਾਹਦੇ ਵਾਸਤੇ ਸੰਸਾਰ ਤੇ ਆਏ ਹਾਂ, ਸਾਡਾ ਕੀ ਫਰਜ਼ ਬਣਦਾ ਹੈ। ਸਤਿਗੁਰੂ ਜੀ ਨੇ ਅੱਜ ਦੇ ਪਾਵਨ ਬਚਨਾਂ ਦੇ ਅੰਦਰ ਇਹ ਉਪਦੇਸ਼ ਦਿੱਤਾ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਬਚਨ ਸੂਹੀ ਮਹਿਲਾ ਪਹਿਲਾ, ਕਾਫੀ ਘਰ ਦਸਵਾਂ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੂਹੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਾਵਨ ਬਚਨ। ਦਸਵੇਂ ਘਰ ਦੇ ਅੰਦਰ ਸਤਿਗੁਰੂ ਜੀ ਨੇ ਸੁਰ ਤਾਲ ਦੇ ਅੰਦਰ ਗਾਉਣ ਦਾ ਉਪਦੇਸ਼ ਕੀਤਾ ਹੈ। ਤੇ ਸ਼ਬਦ ਦੇ ਆਰੰਭ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਖੇਪ ਮੂਲ ਮੰਤਰ ਦਾ ਉਚਾਰਨ ਕੀਤਾ। ਇੱਕ ਓੰਕਾਰ, ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ, ਉਹਦੀ ਹੋਂਦ ਸਦਾ ਰਹਿਣ ਵਾਲੀ ਹੈ।
ਸਤਿਗੁਰ ਪ੍ਰਸਾਦ ਐਸੇ ਗੁਣਾਂ ਦਾ ਜਿਹੜਾ ਪ੍ਰਮਾਤਮਾ ਹੈ, ਮਾਲਕ ਹੈ, ਉਹ ਸਤਿਗੁਰ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਹ ਸ਼ਬਦ ਦੇ ਪਾਵਨ ਰਹਾਉ ਵਾਲੇ ਪਦੇ ਦੇ ਅੰਦਰ ਜੋ ਸ਼ਬਦ ਦਾ ਕੇਂਦਰੀ ਭਾਵ ਹੈ, ਸਤਿਗੁਰ ਬਚਨ ਕਰਦੇ ਹਨ, ਚੱਲੈ ਜਨਮ ਸਵਾਰ ਵਖਰ ਸਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ। ਕਿ ਜਿਹੜੇ ਮਨੁੱਖ ਆਪਣੇ ਜੀਵਨ ਦੇ ਅੰਦਰ ਪਰਮਾਤਮਾ ਦੇ ਸੱਚੇ ਨਾਮ ਦਾ ਵਪਾਰ ਕਰਕੇ ਜਾਂਦੇ ਹਨ, ਉਹ ਫਿਰ ਆਪਣਾ ਇਹ ਜਿਹੜਾ ਜੀਵਨ ਹੈ ਉਹ ਸਵਾਰ ਕੇ ਚਲੇ ਜਾਂਦੇ ਹਨ, ਭਾਵ ਆਪਣੇ ਜੀਵਨ ਨੂੰ ਸਫਲ ਬਣਾ ਲੈਂਦੇ ਹਨ। ਅਸੀਂ ਸੰਸਾਰ ਦੇ ਅੰਦਰ ਮਾਲਕ ਨੇ ਸਾਨੂੰ ਭੇਜਿਆ ਹੀ ਪਰਮਾਤਮਾ ਦੇ ਨਾਮ ਦਾ ਵਪਾਰ ਕਰਨ ਵਾਸਤੇ ਹੈ। ਇਸ ਵਿੱਚ ਸਤਿਗੁਰੂ ਜੀ ਨੇ ਬਹੁਤ ਸਾਰੀ ਜਗ੍ਹਾ ਦੇ ਉੱਤੇ ਇਹ ਬਾਰ-ਬਾਰ ਬਚਨ ਕੀਤੇ। ਸਤਿਗੁਰੂ ਕਹਿਣ ਲੱਗੇ, ਇਹ ਜਿਹੜਾ ਮਨੁੱਖਾ ਜਨਮ ਹੈ ਇਹ ਏਡੀ ਸੌਖਾ ਇੰਨੀ ਜਲਦੀ ਨਹੀਂ ਮਿਲ ਗਿਆ। ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇਹਨੂੰ ਦੁਰਲਭ ਕਿਹਾ ਹੈ। ਦੁਰਲਭ ਤੋਂ ਭਾਵ ਹੈ ਜਿਹੜਾ ਬਹੁਤ ਮੁਸ਼ਕਲ ਦੇ ਨਾਲ ਮਿਲਦਾ ਹੋਵੇ, ਔਰ ਇਹਨੂੰ ਪ੍ਰਾਪਤ ਕਰਨ ਵਾਸਤੇ ਪਿਛਲੇ ਪਤਾ ਨਹੀਂ ਕਿੰਨੇ ਕਿ ਜਨਮ, ਕਿੰਨੀਆਂ ਕੁ ਜੂਨਾਂ ਵਿੱਚੋਂ ਚੱਕਰ ਕੱਢਦੇ ਅਸੀਂ ਆਏ ਹਾਂ, ਜਿਹਨੂੰ ਬਾਣੀ ਅੰਦਰ ਸਤਿਗੁਰੂ ਜੀ ਕਹਿੰਦੇ 184 ਭਰਮ ਤੇ ਦੁਰਲਭ ਜਨਮ ਅਬ ਪਾਇਓ ਹੋਏ। 84 ਲੱਖ ਜੂਨਾਂ ਵਿੱਚੋਂ ਗੇੜ ਕੱਟ ਕੇ ਫਿਰ ਸਾਨੂੰ ਇਹ ਮਨੁੱਖਾ ਜਨਮ ਮਿਲਿਆ ਹੈ। ਲੇਕਿਨ ਜੈਸੇ ਮਨੁੱਖਾ ਜਨਮ ਦੇ ਅੰਦਰ ਆ ਕੇ ਇਹਦੀ ਕਦਰ ਨੂੰ ਨਾ ਜਾਣਿਆ, ਇਹਦੀ ਸਾਰ ਨੂੰ ਨਾ ਜਾਣਿਆ, ਫਿਰ ਮਨੁੱਖਾ ਜਨਮ ਦਾ ਆਉਣ ਤਾਂ ਸਾਡਾ ਕੋਈ ਲਾਭ ਨਹੀਂ ਹੈ। ਸਭ ਤੋਂ ਜ਼ਿਆਦਾ ਲਾਭ ਤਾਂ ਇਹੋ ਹੀ ਹੈ ਕਿ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ, ਕਿਉਂਕਿ ਮਨੁੱਖਾ ਜਨਮ ਤੋਂ ਬਿਨਾ ਹੋਰ ਕੋਈ ਜਨਮ ਨਹੀਂ ਹੈ, ਹੋਰ ਕੋਈ ਜੂਨ ਨਹੀਂ ਕਿ ਜਿਹੜੀ ਉਸ ਪ੍ਰਮਾਤਮਾ ਦੇ ਨਾਲ ਸਾਨੂੰ ਮਿਲਾ ਸਕੇ। ਇਸ ਵਾਸਤੇ ਬਾਣੀ ਅੰਦਰ ਸਤਿਗੁਰੂ ਜੀ ਨੇ ਕਿਹਾ ਕਿ ਅਸੀਂ ਕਾਹਦੇ ਵਾਸਤੇ ਸੰਸਾਰ ਤੇ ਆਏ ਹਾਂ? ਪ੍ਰਮਾਤਮਾ ਦਾ ਨਾਮ ਵਿਹਾਜਨ ਵਾਸਤੇ। ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਲਿਹੋ ਮਨ ਮੂਲ, RAM ਨਾਮ ਹਿਰਦੇ ਮੈਂ ਤੋਲ। ਲਾਦ ਖੇ ਸੰਤੈ ਸੰਚਾਲ, ਅਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਇਹ ਵਾਪਾਰ ਵਿਰਲਾ ਵਾਪਾਰੈ, ਨਾਨਕ ਤਾਂ ਕੈ ਸਦ ਬਲਹਾਰੈ। ਜਿਹੜਾ ਵਖਰ ਕਰਨ ਵਾਸਤੇ ਆਏ ਹਾਂ, ਵਪਾਰ ਕਰਨ ਵਾਸਤੇ ਆਏ ਹਾਂ, ਉਹ ਵਪਾਰ ਰੱਬ ਦੇ ਪਿਆਰਿਆਂ ਦੇ ਨਾਲ ਸੰਗ ਕੀਤਿਆਂ ਹੋਵੇਗਾ। ਜਿਸ ਵਖਰ ਕੋ ਲੈਣ ਤੂੰ ਆਇਆ, RAM ਨਾਮ ਸੰਤਨ ਘਰ ਪਾਇਆ। ਉਹ ਰੱਬ ਦੇ ਪਿਆਰਿਆਂ ਦੇ ਘਰ ਵਿੱਚੋਂ ਇਹ ਦਾਨ ਮਿਲੇਗਾ। ਤੇ ਸਤਿਗੁਰੂ ਕਹਿੰਦੇ ਲੈਣ ਦਾ ਤਰੀਕਾ ਕੀ ਹੈ? ਤਜ ਅਭਿਮਾਨ, ਆਪਣੇ ਹੰਕਾਰ ਨੂੰ ਛੱਡ ਦੇ। ਲਿਹੋ ਮਨ ਮੋਲ, ਇਸ ਨਾਮ ਨੂੰ ਮਨ ਦੇ ਵੱਟੇ ਲੈ। ਇਹ ਜਿਹੜਾ ਮਨ ਹੈ ਇਹ ਗੁਰੂ ਨੂੰ ਦੇ ਦੇ। ਆਪਣੇ ਮਨ ਵਿੱਚੋਂ ਹੰਕਾਰ ਨੂੰ ਛੱਡ ਦੇ। ਤਜ ਅਭਿਮਾਨ ਲਿਹੋ ਮਨ ਮੋਲ, RAM ਨਾਮ ਹਿਰਦੈ ਮੈਂ ਤੋਲ। ਕਿਉਂਕਿ ਸਤਿਗੁਰ ਨੇ ਬਚਨ ਕੀਤੇ ਹਨ, ਚੱਲੈ ਜਨਮ ਸਵਾਰ ਵਖਰ ਸੱਚ ਲੈ। ਜਿਹੜੇ ਵਖਰ ਵਪਾਰ ਪ੍ਰਮਾਤਮਾ ਦੇ ਨਾਮ ਦਾ ਕਰਕੇ ਜਾਂਦੇ ਹਨ, ਸਤਿਗੁਰੂ ਕਹਿੰਦੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸੰਸਾਰ ਤੇ ਆਇਆ ਸਫਲ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਚਨ ਕੀਤੇ, ਕਹਿਣਗੇ ਵਣਜ ਕਰੋ ਵਣਜਾਰ ਹੋ, ਵਖਰ ਲਿਹੋ ਸੰਭਾਲ। ਤੈਸੀ ਵਸਤ ਵਸਾਈ ਹੈ, ਜੈਸੀ ਨਿਭੈ ਨਾਲ। ਅੱਗੇ ਸ਼ਾਹ ਸੁਜਾਨ ਹੈ, ਲੈਸੀ ਵਸਤ ਸਮਾਲ। ਭਾਈ ਰੇ RAM ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ। ਸ਼ਾਹ ਦੇਖੈ ਪਤੀ ਆਏ। ਜਿਹੜਾ ਸ਼ਾਹ ਮਾਲਕ ਪ੍ਰਮਾਤਮਾ ਹੈ ਉਹ ਹਰ ਚੀਜ਼ ਨੂੰ ਪਰਖਦਾ ਹੈ। ਤੇ ਜੇ ਤੂੰ ਸੰਸਾਰ ਵਿੱਚ ਆ ਕੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰਕੇ ਜਾਵੇਂਗਾ, ਫਿਰ ਉਸ ਰੱਬ ਦੇ ਘਰ ਦੇ ਅੰਦਰ ਤੈਨੂੰ ਕੋਈ ਸਵਾਲ ਨਹੀਂ ਕੀਤਾ ਜਾਵੇਗਾ, ਕਿਉਂਕਿ ਤੂੰ ਪਰਖ ਦੇ ਅੰਦਰ ਪੂਰਾ ਹੋਵੇਂਗਾ। ਤੇਰੇ ਕੋਲ ਪ੍ਰਮਾਤਮਾ ਦਾ ਨਾਮ ਹੈ। ਇਸ ਵਾਸਤੇ ਸਤਿਗੁਰ ਕਹਿੰਦੇ ਵਣਜ ਕਰੋ ਵਣਜਾਰੋ। ਹੇ ਸੰਸਾਰ ਤੇ ਆਏ ਵਪਾਰ ਕਰਨ ਵਾਲੇ ਵਣਜਾਰੇ, ਤੂੰ ਕੇਵਲ ਸੰਸਾਰ ਤੇ ਆ ਕੇ ਪ੍ਰਮਾਤਮਾ ਦਾ ਨਾਮ ਦਾ ਵਪਾਰ ਕਰ। ਕਿਉਂਕਿ ਸਾਨੂੰ ਮਾਲਕ ਨੇ ਮਨੁੱਖਾ ਦੇਹੀ ਇਸੇ ਵਾਸਤੇ ਦਿੱਤੀ ਹੈ। ਜੇ ਇਸ ਦੇਹੀ ਦੇ ਅੰਦਰ ਆ ਕੇ ਅਸੀਂ ਬਾਣੀ ਨਾਲ ਨਹੀਂ ਜੁੜੇ, ਸਤਿਗੁਰ ਦੇ ਚਰਨਾਂ ਨਾਲ ਪ੍ਰੀਤ ਨਹੀਂ ਬਣੀ, ਪ੍ਰਮਾਤਮਾ ਦਾ ਨਾਮ ਨਹੀਂ ਜਪਿਆ,
ਤੇ ਭਗਤ ਕਬੀਰ ਜੀ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਤੁਹਾਡਾ ਫਿਰ ਸੰਸਾਰ ਤੇ ਆਇਆ ਇਹ ਮਨੁੱਖਾ ਜਨਮ ਅਜਾਈ ਚਲਾ ਜਾਵੇਗਾ, ਕਿਉਂਕਿ ਗੁਰੂ ਦੀ ਸੇਵਾ ਰਾਹੀਂ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਸਾਨੂੰ ਮਨੁੱਖਾ ਦੇਹੀ ਮਿਲੀ ਹੈ। ਗੁਰ ਸੇਵਾ ਤੇ ਭਗਤ ਕਮਾਈ, ਗੁਰੂ ਦੀ ਸੇਵਾ ਰਾਹੀਂ ਪ੍ਰਮਾਤਮਾ ਦੀ ਭਗਤੀ ਕਰਨ ਵਾਸਤੇ ਤਬ ਇਹ ਮਾਨਸ ਦੇਹੀ ਪਾਈ। ਫਿਰ ਇਹ ਗੱਲ ਸਮਝ ਲਵੀ ਕਿ ਮੇਰੇ ਮਨੁੱਖਾ ਜਨਮ ਜਿਹੜਾ ਹੈ ਇਹ ਸਫਲ ਹੈ, ਕਿਉਂਕਿ ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਵੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਦਾ ਸਭ ਤੋਂ ਵੱਡਾ ਲਾਭ ਇਹ ਹੈ ਪਰਮਾਤਮਾ ਦਾ ਨਾਮ ਜਪਣਾ। ਬਾਕੀ ਸੰਸਾਰ ਅੰਦਰ ਜਿੰਨੇ ਅਸੀਂ ਧੰਦੇ ਕਰਦੇ ਹਾਂ ਮੁਬਾਰਕ ਹੈ, ਅਸੀਂ ਗ੍ਰਸਤੀ ਹਾਂ, ਬੱਚੇ ਵਾਲੇ ਪਰਿਵਾਰ ਵਾਲੇ, ਆਪਣੇ ਫਰਜ਼ਾਂ ਦੀ ਪੂਰਤੀ ਕਰਨੀ ਹੈ। ਲੇਕਿਨ ਸਭ ਤੋਂ ਜ਼ਰੂਰੀ ਕਾਰਜ ਹੈ ਜਿਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਭਈ ਪ੍ਰਾਪਤ ਮਾਨੁਖ ਦੁਹਰੀਆ, ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ, ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ। ਸਤਿਗੁਰੂ ਕਹਿੰਦੇ ਸਰੰਜਾਮ ਯਤਨ ਕਰ ਲੈ ਸੰਸਾਰ ਭਵਜਲ ਤੋਂ ਪਾਰ ਹੋਣ ਦਾ, ਤੇ ਸੰਸਾਰ ਭਵਜਲ ਵਿੱਚੋਂ ਕੇਵਲ ਇੱਕ ਤਰੀਕੇ ਨਾਲ ਪਾਰ ਹੋਇਆ ਜਾ ਸਕਦਾ ਹੈ, ਸਾਧ ਸੰਗ ਤਰੈ ਭੈ ਸਾਗਰ, ਹਰ ਹਰ ਨਾਮ ਸਿਮਰ ਰਤ ਨਾਗਰ। ਸਤਿਗੁਰੂ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਜਿਹੜਾ ਰਤਨਾ ਵਰਗਾ ਕੀਮਤੀ ਹੈ, ਉਹਨੂੰ ਆਪਣੇ ਹਿਰਦੇ ਅੰਦਰ ਸਮਾਲ ਸੰਗਤ ਵਿੱਚ ਆ ਕੇ ਪ੍ਰਮਾਤਮਾ ਦਾ ਨਾਮ ਜਪ। ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੇ, ਕਿਉਂਕਿ ਮਾਇਆ ਦੇ ਪਿਆਰ ਦੇ ਅੰਦਰ ਤੇਰਾ ਇਹ ਮਨੁੱਖਾ ਜਨਮ ਜਿਹੜਾ ਅਜਾਈ ਜਾ ਰਿਹਾ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਵਣਜ ਕਰੋ ਵਣਜਾਰ ਹੋ, ਵਖਰ ਲਿਹੋ ਸੰਭਾਲ, ਤੈਸੀ ਵਸਤ ਵਸਾਹੀਐ। ਸੰਸਾਰ ਅੰਦਰ ਆ ਕੇ ਉਸ ਵਸਤੂ ਦਾ ਵਪਾਰ ਕਰ, ਜੈਸੀ ਨਿਭੇ ਨਾਲ ਜਿਹੜੀ ਰੱਬ ਦੇ ਘਰ ਦੇ ਅੰਦਰ ਤੇਰਾ ਸਾਥ ਦੇਵੇ। ਸੰਸਾਰ ਦਾ ਵਪਾਰ ਸੀ ਕਰਦੇ ਆ, ਬੰਦਾ ਬੜਾ ਮੁਨਾਫਾ ਕਮਾਉਂਦਾ ਹੈ, ਲੇਕਿਨ ਇਹ ਸੰਸਾਰ ਦਾ ਵਪਾਰ ਸੰਸਾਰ ਵਿੱਚ ਕੀਤਾ, ਮੁਨਾਫਾ ਸੰਸਾਰ ਵਿੱਚ ਮਿਲਿਆ, ਸੰਸਾਰ ਵਿੱਚ ਹੀ ਰਹਿ ਜਾਵੇਗਾ, ਇਹਨੇ ਸਾਡਾ ਅੱਗੇ ਸਾਥ ਨਹੀਂ ਦੇਣਾ। ਇਸੇ ਵਾਸਤੇ ਸਤਿਗੁਰੂ ਕਹਿੰਦੇ ਤੈਸੀ ਵਸਤ ਵਸਾਈਐ, ਜੈਸੀ ਨਿਭੈ ਨਾਲ ਅੱਗੇ ਸ਼ਾਹ ਸੁਜਾਨ ਹੈ। ਅੱਗੇ ਜਿਹੜਾ ਮਾਲਕ ਪਰਮਾਤਮਾ ਬੜਾ ਸਿਆਣਾ ਹੈ, ਉਹ ਹਰ ਚੀਜ਼ ਨੂੰ ਪਰਖ ਕੇ ਆਪਣੇ ਕੋਲ ਲੈਂਦਾ ਹੈ। ਲੈਸੀ ਵਸਤ ਸਮਾਲ, ਇਸ ਵਾਸਤੇ ਸਤਿਗੁਰੂ ਕਹਿੰਦੇ ਭਾਈ ਰੇ RAM ਕਹੋ ਚਿਤ ਲਾਏ, ਹਰ ਜਸ ਵਖਰ ਲੈ ਚਲੋ, ਸ਼ਹੁ ਦੇਖੈ ਪਤੀ ਆਏ। ਪਰਮਾਤਮਾ ਦੇ ਨਾਮ ਦਾ ਵਪਾਰ ਕਰਕੇ ਸੰਸਾਰ ਤੋਂ ਜਾ, ਤੇਰੀ ਇਹ ਦੇਹੀ ਤੇਰਾ ਇਹ ਮਨੁੱਖਾ ਜਨਮ ਜਿਹੜਾ ਹੈ ਸਤਿਗੁਰੂ ਜੀ ਕਹਿੰਦੇ ਇਹ ਸਫਲ ਹੋ ਜਾਵੇਗਾ, ਕਿਉਂਕਿ ਬੜਾ ਕੀਮਤੀ ਇਹ ਮਨੁੱਖਾ ਜਨਮ ਮਿਲਿਆ, ਲੇਕਿਨ ਅਸੀਂ ਇਹਨੂੰ ਕੌਡੀਆਂ ਦੇ ਭਾਅ ਜਿਹੜਾ ਉਹ ਗਵਾ ਦਿੱਤਾ। ਸਤਿਗੁਰ ਨੇ ਸਾਡੇ ਮਨ ਦੀ ਹਾਲਤ ਨੂੰ ਵੇਖਿਆ, ਮਨੁੱਖ ਦੀ ਹਾਲਤ ਨੂੰ ਵੇਖਿਆ, ਇਹ ਸਾਰੀ ਜ਼ਿੰਦਗੀ ਕਰਦਾ ਕੀ ਹੈ, ਸਾਰੀ ਦਿਹਾੜੀ ਕੰਮ ਧੰਦੇ ਕਰਨੇ, ਰਾਤ ਨੂੰ ਆ ਕੇ ਸੌਂ ਜਾਣਾ, ਬਸ ਜ਼ਿੰਦਗੀ ਬਤੀਤ ਹੋ ਰਹੀ ਹੈ, ਇਸ ਤੋਂ ਇਲਾਵਾ ਕੁਝ ਵੀ ਨਹੀਂ ਕਰਦਾ। ਤੇ ਸਤਿਗੁਰ ਨੂੰ ਕਹਿਣਾ ਪਿਆ ਕਿ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਈ। ਹੀਰਿਆਂ ਵਰਗਾ ਅਮੋਲਕ ਜਨਮ ਪ੍ਰਮਾਤਮਾ ਦਾ ਨਾਮ ਨਾ ਜਪਣ ਕਰਕੇ ਸਤਿਗੁਰ ਕਹਿੰਦੇ ਇਹਨੇ ਕੌਡੀਆਂ ਦੇ ਭਾਅ ਗਵਾ ਦਿੱਤਾ, ਕਿਉਂਕਿ ਕੌਡੀ ਦੀ ਕੋਈ ਕੀਮਤ ਨਹੀਂ, ਕੌਡੀ ਬੰਦਾ ਜਿੱਥੇ ਮਰਜੀ ਸੁਰ ਛੜੇ। ਇਸ ਵਾਸਤੇ ਸਤਿਗੁਰੂ ਕਹਿੰਦੇ ਹਨ ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨ ਜਾਣਿਆ RAM ਕਾ ਮੂੜੇ, ਫਿਰ ਪਾਛੇ ਪਛਤਾਹੇ ਰੇ। ਜਦੋਂ ਜੀਵਨ ਦਾ ਸਮਾਂ ਹੱਥੋਂ ਨਿਕਲ ਗਿਆ, ਅੰਤ ਸਮਾਂ ਆ ਗਿਆ, ਫਿਰ ਤੈਨੂੰ ਪਛਤਾਉਣਾ ਪਵੇਗਾ, ਕਿਉਂਕਿ ਮਾਲਕ ਨੇ ਤੈਨੂੰ ਇੱਕ ਚਾਂਸ ਦਿੱਤਾ ਸੀ, ਇੱਕ ਮੌਕਾ ਦਿੱਤਾ ਸੀ ਉਸ ਪਰਮਾਤਮਾ ਦੀ ਬੰਦਗੀ ਕਰਨ ਦਾ, ਲੇਕਿਨ ਕੀਤੀ ਨਹੀਂ। ਕਿਉਂਕਿ ਬਾਣੀ ਅੰਦਰ ਤਾਂ ਸਤਿਗੁਰ ਨੇ ਇੱਥੋਂ ਤੱਕ ਬਚਨ ਕੀਤੇ, ਇਹ ਮਨੁੱਖਾ ਦੇਹੀ ਜਿਹੜੀ ਇੱਕ ਪੌੜੀ ਹੈ, ਅਖੀਰਲੇ ਡੰਡੇ ਉੱਤੇ ਅਸੀਂ ਬੈਠੇ ਹਾਂ। ਗਿਆਨੀ ਸੰਤ ਸਿੰਘ ਜੀ ਮਸਕੀਨ ਇੱਕ ਬਹੁਤ ਸੋਹਣਾ ਬਚਨ ਕਰਿਆ ਕਰਦੇ ਸਨ, ਉਹ ਕਹਿੰਦੇ ਇਹ ਮਨੁੱਖਾ ਜਨਮ ਜਿਹੜਾ ਹੈ ਅਸੀਂ ਬਿਲਕੁਲ ਰੱਬ ਦੇ ਘਰ ਦੇ ਕੋਲ ਹਾਂ, ਇੱਕ ਕਦਮ ਅਸੀਂ ਪ੍ਰਮਾਤਮਾ ਵਾਲੇ ਪਾਸੇ ਪੁੱਟਾਂਗੇ, ਪ੍ਰਮਾਤਮਾ ਦਾ ਨਾਮ ਜਪਾਂਗੇ, ਰੱਬ ਵਾਲੇ ਪਾਸੇ ਤੁਰਾਂਗੇ ਤੇ ਰੱਬ ਦਾ ਘਰ ਹੈ, ਇੱਕ ਕਦਮ ਪਛਾਂ ਚਲੇ ਗਏ ਤੇ ਉਹੀ ਜੂਨਾ ਫਿਰ ਦੁਬਾਰਾ ਖੜੀਆਂ ਹਨ। ਜਿਹਨੂੰ ਬਾਣੀ ਅੰਦਰ ਸਤਿਗੁਰ ਕਹਿੰਦੇ ਇਸ ਪੌੜੀ ਤੇ ਜੋ ਨਰ ਚੁਕੇ,
ਸੋ ਆਏ ਜਾਏ ਦੁੱਖ ਪਾਏਂਦਾ। ਇਹ ਮਨੁੱਖਾ ਜਨਮ ਰੂਪੀ ਪੌੜੀ ਜਿਹੜੇ ਰੱਬ ਦੇ ਘਰ ਨੂੰ ਜਾਂਦੀ ਹੈ, ਇੱਕ ਵਾਰ ਹੱਥੋਂ ਚਲੀ ਗਈ ਤੇ ਦੁਬਾਰਾ ਫਿਰ ਪਛਤਾਉਣਾ ਪਵੇਗਾ। ਲੇਕਿਨ ਸਤਿਗੁਰੂ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਜੋ ਜੀਵਨ ਅੰਦਰ ਖਾਂਦੇ ਹਨ, ਜੋ ਜੀਵਨ ਅੰਦਰ ਪਹਿਨਦੇ ਹਨ, ਜੋ ਜੀਵਨ ਅੰਦਰ ਵਿਵਹਾਰ ਕਰਦੇ ਹਨ, ਉਹਨਾਂ ਦਾ ਸਭ ਕੁਝ ਕੀਤਾ ਹੋਇਆ ਇੱਕ ਤਰਕਾਰ ਹੈ। ਕਿਉਂਕਿ ਜੇ ਰੱਬ ਨੂੰ ਭੁਲਾ ਕੇ ਸਭ ਕੁਝ ਕਰਦੇ ਹਾਂ, ਗੁਰੂ ਅਮਰਦਾਸ ਜੀ ਮਹਾਰਾਜ ਨੇ ਬਚਨ ਕੀਤਾ, ਸਤਿਗੁਰੂ ਜੀ ਕਹਿਣ ਲੱਗੇ, ਰੱਬ ਨੂੰ ਵਿਸਾਰ ਕੇ ਜਿਹੜੇ ਮਨੁੱਖ ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਧ੍ਰਿਗ ਧ੍ਰਿਗ ਕਾਪੜ ਅੰਗ ਚੜਾਇਆ, ਧ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨ ਪਾਇਆ, ਪੌੜੀ ਛੁੜਕੀ ਫਿਰ ਹੱਥ ਨ ਆਵੈ, ਅਹਿਲਾ ਜਨਮ ਗਵਾਇਆ। ਬੜਾ ਕੀਮਤੀ ਜਨਮ, ਹੁਣ ਮਨੁੱਖਾ ਜਨਮ ਦੀ ਪੌੜੀ ਹੱਥੋਂ ਛੁੱਟ ਗਈ, ਫਿਰ ਜੂਨਾ ਮਗਰ ਖੜੀਆਂ ਤਿਆਰ ਹਨ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜਿਉ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰ ਕਾਲ ਇਹ ਦੇਹ ਸੰਜਰੀਆ। ਚੱਲੇ ਜਨਮ ਸਵਾਰ ਵਖਰ ਸੱਚ ਲੈ। ਜਿਨ੍ਹਾਂ ਨੇ ਇਸ ਸੰਸਾਰ ਵਿੱਚ ਆ ਕੇ ਪ੍ਰਮਾਤਮਾ ਦੇ ਨਾਮ ਦਾ ਸੌਦਾ ਵਿਹਾਜ ਲਿਆ, ਸਤਿਗੁਰ ਕਹਿੰਦੇ ਉਹਨਾਂ ਦਾ ਜੀਵਨ ਸਫਲ ਹੈ। ਇਸੇ ਵਾਸਤੇ ਸਤਿਗੁਰ ਜੀ ਕਹਿੰਦੇ ਹਨ, ਪ੍ਰਮਾਤਮਾ ਦਾ ਜਿਹੜਾ ਨਾਮ ਹੈ ਇਹ ਸਭ ਤੋਂ ਅਮੋਲਕ ਹੈ, ਔਰ ਇਸ ਦੇਹੀ ਦੀ ਵੀ ਕੋਈ ਕੀਮਤ ਨਹੀਂ। ਲੇਕਿਨ ਤਾਂ ਜੇ ਪ੍ਰਮਾਤਮਾ ਦੇ ਨਾਮ ਨਾਲ ਜੁੜੀ, ਕਿਉਂਕਿ ਜੇ ਇਸ ਪ੍ਰਮਾਤਮਾ ਦੇ ਨਾਮ ਦੇ ਨਾਲ ਇਸ ਸਰੀਰ ਨੂੰ ਜੋੜਿਆ ਨਹੀਂ, ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ, ਸਾਚੀ ਲਿਵੈ ਬਿਨ ਦੇਹ ਨਿਮਾਣੀ। ਇਹ ਨਿਮਾਣੀ ਜਿਹੜੀ ਦੇਹੀ ਹੈ, ਪ੍ਰਮਾਤਮਾ ਦੇ ਨਾਮ ਤੋਂ ਬਿਨਾ ਇਹਦਾ ਕੁਝ ਵੀ ਨਹੀਂ ਹੈ। ਇਹ ਕੌਡੀਆਂ ਦੇ ਭਾਅ ਹੈ, ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ, ਤੁਧ ਬਾਜ ਸਮਰੱਥ ਕੋਈ ਨਾਹੀ, ਕਿਰਪਾ ਕਰ ਬਨਵਾਰੀਆ, ਇਹ ਸੁਨਾਉ ਹੋਰ ਥਾਉ ਨਾਹੀ, ਸ਼ਬਦ ਲਾਗ ਸੁਵਾਰੀਆ, ਕਹੇ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ। ਪ੍ਰਮਾਤਮਾ ਦੇ ਨਾਮ ਵਿੱਚ ਸਾਡੀ ਸੁਰਤੀ ਨਹੀਂ ਜੁੜੀ ਤੇ ਸਤਿਗੁਰੂ ਕਹਿੰਦੇ ਮਨੁੱਖਾ ਜਨਮ ਲੈਣ ਦਾ ਕੋਈ ਲਾਭ ਨਹੀਂ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਕਪਟਨ ਦੀ ਧਰਤੀ ਤੇ ਗਏ, ਜਿਹਦਾ ਨਾਮ ਬਾਅਦ ਵਿੱਚ ਪਟਨਾ ਸਾਹਿਬ ਪਿਆ, ਜਿੱਥੇ ਕਲਗੀਧਰ ਪਿਤਾ ਜੀ ਦਾ ਆਗਮਨ ਹੁੰਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉੱਥੇ ਪਹੁੰਚੇ ਹਨ। ਭਾਈ ਮਰਦਾਨੇ ਨੂੰ ਇੱਕ ਹੀਰਾ ਦਿੱਤਾ, ਜਾ ਦੁਕਾਨ ਤੇ ਵੇਚ ਕੇ ਇਹਨੂੰ ਕੁਝ ਨਾ ਕੁਝ ਖਾਣ ਦਾ ਪ੍ਰਬੰਧ ਕਰ। ਹੁਣ ਜਿਹਨੂੰ ਹੀਰੇ ਦੀ ਸਾਰੀ ਨਹੀਂ, ਉਹਨੂੰ ਕੀ ਪਤਾ। ਕੱਪੜੇ ਵਾਲੀ ਦੁਕਾਨ ਤੇ ਗਿਆ ਕਿ ਇਹਦੇ ਕੁਝ ਪੈਸੇ ਦੇ ਦਿਓ, ਕਹਿੰਦੇ ਪੈਸਾ ਕੋਈ ਨਹੀਂ, ਪੱਥਰ ਮੇਰੇ ਕਿਸੇ ਕੰਮ, 4 ਮੀਟਰ ਕੱਪੜਾ ਲੈ ਜਾ। ਸਬਜ਼ੀ ਵਾਲੀ ਦੁਕਾਨ ਤੇ ਗਿਆ, ਕਹਿੰਦੇ ਮੇਰੇ ਕਿਸੇ ਕੰਮ, ਉਦਾਂ ਤੂੰ ਫਕੀਰ ਹੈ ਤੂੰ ਸਬਜ਼ੀ ਲੈ ਜਾ। ਜਿਹੜੀ ਦੁਕਾਨ ਉੱਤੇ ਗਿਆ, ਕਹਿੰਦੇ ਸਾਡੇ ਕਿਸੇ ਕੰਮ ਦਾ ਨਹੀਂ। ਵਾਪਸ ਮੁੜਿਆ, ਸਤਿਗੁਰੂ ਇਹਨੂੰ ਕੋ ਲੈਣ ਵਾਸਤੇ ਤਿਆਰ ਹੀ ਨਹੀਂ। ਸਤਿਗੁਰੂ ਕਹਿੰਦੇ ਪਰਖ ਨਹੀਂ ਹੈ। ਹੁਣ ਇਦਾਂ ਕਰ, ਇਸ ਨਗਰੀ ਦੇ ਅੰਦਰ ਜਾ, ਪਾਕਪਟਨ ਪਟਨੇ ਦੇ ਨਗਰੀ ਅੰਦਰ ਜਾ, ਇੱਥੇ ਸਾਲ ਸਰਾਏ ਜੋਹਰੀ ਉਹਨੂੰ ਜਾ ਕੇ ਮਿਲ। ਜਿਸ ਵੇਲੇ ਸਾਲ ਸਰਾਏ ਜੋਹਰੀ ਨੂੰ ਜਾ ਕੇ ਭਾਈ ਮਰਦਾਨਾ ਜੀ ਮਿਲੇ, ਜਾ ਕੇ ਉਹ ਲਾਲ ਕੱਢ ਕੇ ਅੱਗੇ ਰੱਖਿਆ। ਮੇਰੇ ਸਤਿਗੁਰ ਨੇ ਭੇਜਿਆ ਹੈ ਕਿ ਇਸ ਲਾਲ ਨੂੰ ਵੇਚ ਕੇ ਕੋਈ ਰੋਟੀ ਦਾ ਪ੍ਰਬੰਧ ਕਰਨਾ ਹੈ। ਸਾਲ ਸਰਾਏ ਜੋਹਰੀ ਉਹਦੀ ਅੱਖ ਨੇ ਦੇਖ ਲਿਆ, ਇਹ ਲਾਲ ਇੰਨਾ ਕੀਮਤੀ ਹੈ, ਮੇਰੇ ਕੋਲ ਤਾਂ ਇੰਨਾ ਪੈਸਾ ਹੀ ਨਹੀਂ ਮੈਂ ਦੇ ਸਕਾਂ। 100 ਰੁਪਈਆ ਦੇ ਕੇ ਉਹਨੇ ਮੱਥਾ ਟੇਕ ਕੇ ਕਹਿਣ ਲੱਗਾ, ਵੇਖ ਫਕੀਰ ਸੰਤ ਰੱਬ ਦੇ ਪਿਆਰ ਵਾਲੇ, ਇਹਦੀ ਕੀਮਤ ਮੇਰੇ ਕੋਲ ਨਹੀਂ, ਇਹਦੀ ਦਰਸ਼ਨੀ ਭੇਟਾ ਮੈਂ 100 ਰੁਪਏ ਦਿੰਦਾ ਹਾਂ, ਕਿਉਂਕਿ ਇਹ ਖਰੀਦਣ ਦੀ ਮੇਰੇ ਕੋਲ ਸਮਰੱਥਾ ਨਹੀਂ। ਲੇਕਿਨ ਦਿੱਤਾ ਕਿਹਨੇ ਆ? ਕਹਿਣ ਲੱਗੇ ਮੇਰੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ। ਕਹਿੰਦੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ, ਕਿਉਂਕਿ ਸਾਰੇ ਸੰਸਾਰ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਗਟ ਹੋ ਚੁੱਕੇ ਹਨ। ਜਿਸ ਵੇਲੇ ਸਾਲ ਸਰਾਈ ਸਤਿਗੁਰ ਦੇ ਚਰਨਾਂ ਵਿੱਚ ਆਇਆ, ਮੱਥਾ ਟੇਕਿਆ, ਸਤਿਗੁਰੂ ਇਸ ਲਾਲ ਦੀ ਕੀਮਤ ਮੈਂ ਨਹੀਂ ਦੇ ਸਕਦਾ, ਕਿਰਪਾ ਕਰਕੇ 100 ਰੁਪਈਆ ਦਰਸ਼ਨ ਭੇਟ ਲੈ ਲਓ। ਤੇ ਸਤਿਗੁਰ ਕਹਿਣ ਲੱਗੇ ਇਦਾਂ ਅਸੀਂ ਪੈਸਾ ਨਹੀਂ ਲੈਂਦੇ, ਲੇਕਿਨ ਸਾਲ ਸਰਾਏ ਤੂੰ ਜਹੁਰੀ ਹੈ, ਤੇਰੀ ਅੱਖ ਨੇ ਵੇਖ ਲਿਆ ਇਸ ਹੀਰੇ ਦੀ ਕੀਮਤ ਬੇਸ਼ੁਮਾਰ ਹੈ। ਲੇਕਿਨ ਇੱਕ ਗੱਲ ਦਾ ਖਿਆਲ ਕਰੀ, ਤੂੰ ਹੀਰਿਆਂ ਦਾ ਪਰਖਣ ਵਾਲਾ ਬਣ ਗਿਆ, ਕਦੀ ਇੱਕ ਹੀਰਾ ਹੋਰ ਵੀ ਪਰਖਿਆ ਹੈ? ਕਹਿਣ ਲੱਗੇ ਸਤਿਗੁਰੂ ਉਹ ਕਿਹੜਾ ਹੀਰਾ ਹੈ? ਕਹਿਣ ਲੱਗੇ ਇਹ ਮਨੁੱਖਾ ਜਨਮ ਇੱਕ ਹੀਰਾ ਮਾਲਕ ਨੇ ਤੈਨੂੰ ਦਿੱਤਾ, ਇਹਦੀ ਪਰਖ ਕਰ। ਕਿਉਂਕਿ ਜੇ ਮਨੁੱਖਾ ਜਨਮ ਵਿੱਚ ਆ ਕੇ ਰੱਬ ਦਾ ਨਾਮ ਨਾ ਜਪਿਆ ਤੇ ਇਹ ਕੌਡੀਆਂ ਦੇ ਬਦਲੇ ਜਾਵੇਗਾ, ਇਹਦੀ ਕੋਈ ਕੀਮਤ ਨਹੀਂ। ਤੇਰੇ ਘਰ ਵਿੱਚ ਇੱਕ ਰੱਬ ਦੇ ਪਿਆਰ ਵਾਲਾ ਭਗਤ ਰਹਿੰਦਾ ਹੈ, ਉਹਦਾ ਨਾਮ ਹੈ ਅਦਰਕਾ, ਜਿਹੜਾ ਤੇਰਾ ਨੌਕਰ ਹੈ। ਜੇ ਕੁਝ ਜੀਵਨ ਅੰਦਰ ਪ੍ਰਾਪਤ ਕਰਨਾ ਹੈ ਤੇ ਉਹਦੇ ਚਰਨਾਂ ਵਿੱਚ ਜਾ ਕੇ ਢਹਿ ਪੈ, ਕਿਉਂਕਿ ਉਹਨੇ ਰੱਬ ਦਾ ਨਾਮ ਜਪ ਜਪ ਕੇ ਇਸ ਸਰੀਰ ਨੂੰ ਪਵਿੱਤਰ ਕਰ ਲਿਆ ਹੈ।
ਤੇ ਭਾਈ ਅਧਰਕੇ ਦੇ ਚਰਨਾਂ ਵਿੱਚ ਜਾ ਕੇ ਸਾਲ ਸਰਾਈ ਜੋਰੇ ਪਿਆ, ਉਹਨੂੰ ਵੀ ਪ੍ਰਮਾਤਮਾ ਦੇ ਨਾਮ ਦਾ ਗਿਆਨ ਹੋਇਆ। ਸਤਿਗੁਰੂ ਕਹਿੰਦੇ ਇਹ ਸਰੀਰ ਕੇ ਅਧਿਕ ਕਾਮ, ਇਹ ਸਰੀਰ ਦੇ ਜਿਹੜੇ ਬਹੁਤ ਸਾਰੇ ਕੰਮ ਇਹਦੇ ਜ਼ਿੰਮੇਵਾਰ ਹਨ। ਇਸ ਵਾਸਤੇ ਸਤਿਗੁਰੂ ਕਹਿੰਦੇ ਸੰਸਾਰ ਵਿੱਚ ਆਏ ਹਾਂ ਤੇ ਪ੍ਰਮਾਤਮਾ ਦੇ ਨਾਮ ਦਾ ਵਿਹਾਜ ਕਰ, ਤਾਂ ਤੂੰ ਇਹ ਜਿਹੜਾ ਤੇਰਾ ਜਨਮ ਹੈ ਇਹ ਸਫਲ ਹੋ ਜਾਵੇ। ਚੱਲੈ ਜਨਮ ਸਵਾਰ ਵਖਰ ਸੱਚ ਲੈ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ। ਜਦੋਂ ਸਤਿਗੁਰ ਦੇ ਸ਼ਬਦ ਵਿੱਚ ਜੁੜ ਕੇ ਸਤਿਗੁਰ ਜੀ ਕਹਿੰਦੇ ਹਨ ਤੂੰ ਪ੍ਰਮਾਤਮਾ ਦਾ ਅਦਬ, ਪ੍ਰਮਾਤਮਾ ਦਾ ਭੈ ਡਰ ਆਪਣੇ ਹਿਰਦੇ ਵਿੱਚ ਰੱਖੇਂਗਾ, ਫਿਰ ਪਤ ਪਾਏ ਦਰਬਾਰ, ਫਿਰ ਨਿਰੰਕਾਰ ਪ੍ਰਮਾਤਮਾ ਦੇ ਘਰ ਦੇ ਅੰਦਰ ਤੇਰੀ ਪਤ ਰਹਿ ਜਾਵੇਗੀ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ, ਚੱਲੈ ਜਨਮ ਸਵਾਰ, ਉਹ ਆਪਣੇ ਜੀਵਨ ਨੂੰ ਸਵਾਰ ਕੇ ਚਲੇ ਜਾਂਦੇ ਹਨ। ਇਸ ਵਾਸਤੇ ਉਹਨਾਂ ਦੀ ਪਤ ਰੱਬ ਦੇ ਘਰ ਵਿੱਚ ਰਹਿ ਜਾਂਦੀ ਹੈ। ਸ਼ਬਦ ਦੇ ਆਰੰਭ ਅੰਦਰ ਸਤਿਗੁਰੂ ਕਹਿੰਦੇ ਹਨ, ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਮਨੁੱਖਾ ਜਨਮ ਬੜਾ ਦੁਰਲੱਭ ਹੈ, ਬੜਾ ਕੀਮਤੀ ਹੈ, ਲੇਕਿਨ ਇਹਦੀ ਸਾਰ ਕਿੰਨੇ ਜਾਣੀ? ਗੁਰਮੁਖ ਪਾਇਆ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ। ਫਿਰ ਗੁਰੂ ਨੇ ਦੱਸਿਆ ਕਿ ਇੱਕ ਮਨੁੱਖਾ ਜਨਮ ਦਾ ਬਹੁਤ ਵੱਡੀ ਇਹ ਕੀਮਤੀ ਹੈ, ਇਹਨੂੰ ਕਿਤੇ ਅਜਾਈ ਨਾ ਗਵਾਈ। ਮਾਨਸ ਜਨਮ ਦੁਲੰਭ, ਮਨੁੱਖਾ ਜਨਮ ਜਿਹੜਾ ਬੜਾ ਦੁਰਲੱਭ ਹੈ, ਬੜਾ ਕੀਮਤੀ ਹੈ। ਗੁਰਮੁਖ ਪਾਇਆ, ਇਹਦੀ ਕਦਰ, ਇਹਦੀ ਸਾਰ ਉਹ ਜਾਣਦੇ ਹਨ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਪੈ ਜਾਂਦੇ ਹਨ, ਜਿਹੜੇ ਗੁਰੂ ਦੇ ਸਨਮੁਖ ਹੋ ਜਾਂਦੇ ਹਨ। ਸਤਿਗੁਰੂ ਕਹਿੰਦੇ ਉਹਨਾਂ ਨੂੰ ਪਤਾ ਲੱਗਦਾ ਇਸ ਮਨੁੱਖਾ ਦੇਹ ਦੀ ਕੀਮਤ ਕੀ ਹੈ। ਮਨ ਤਨ ਹੋਏ ਚੁਲੰਭ, ਜੇ ਸਤਿਗੁਰ ਭਾਇਆ। ਕਹਿੰਦੇ ਜੇ ਸਤਿਗੁਰੂ ਨੂੰ ਚੰਗਾ ਲੱਗ ਜਾਵੇ, ਸਤਿਗੁਰੂ ਨੂੰ ਤਾਂ ਉਹੀ ਸਰੀਰ ਚੰਗਾ ਲੱਗਦਾ ਜਿਸ ਸਰੀਰ ਦੇ ਅੰਦਰ ਪ੍ਰਮਾਤਮਾ ਦਾ ਨਾਮ ਹੈ। ਉਸ ਸਰੀਰ ਦੇ ਅੰਦਰ ਵੀ ਪ੍ਰਮਾਤਮਾ ਆਪ ਆ ਕੇ ਨਿਵਾਸ ਕਰਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਮਨੁੱਖ ਦੇ ਸਰੀਰ ਵੱਲ ਦੇਖਿਆ, ਇਹਦੇ ਸਰੀਰ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਇਸੇ ਵਾਸਤੇ ਪ੍ਰਮਾਤਮਾ ਇਹਦੀ ਹਿਰਦੇ ਅੰਦਰ ਆ ਕੇ ਪ੍ਰਵੇਸ਼ ਨਹੀਂ ਕਰਦਾ। ਤੇ ਸਤਿਗੁਰੂ ਨੂੰ ਬਚਨ ਕਹਿਣੇ ਪਏ, ਇਹ ਤਨ ਮਾਇਆ ਪਹਿਆ ਪਿਆਰੇ, ਲੀਤੜਾ ਲੱਭ ਰੰਗਾਏ। ਮੇਰੇ ਕੰਤਨ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਜਿਹੜਾ ਸ੍ਰੀ ਰੂਪੇ ਚੋਲੇ ਨੂੰ ਮਾਇਆ ਦੀ ਪਾਹ ਲੱਗੀ ਹੈ, ਲੱਭ ਦੇ ਅੰਦਰ, ਲੋਭ ਦੇ ਅੰਦਰ ਇਹ ਰੰਗਿਆ ਪਿਆ ਹੈ, ਇਹ ਸ੍ਰੀ ਰੂਪੀ ਚੋਲਾ ਉਸ ਮਾਲਕ ਨੂੰ ਚੰਗਾ ਨਹੀਂ ਲੱਗਦਾ। ਹਿਰਦੇ ਰੂਪੀ ਘਰ ਅੰਦਰ ਮਾਲਕ ਨਹੀਂ ਆਵੇਗਾ। ਤੇ ਜਦੋਂ ਸਤਿਗੁਰ ਨੇ ਬਚਨ ਕੀਤੇ, ਹਉ ਕੁਰਬਾਨੈ ਜਾਉ ਤਿਨਾ ਕੇ ਹਉ ਕੁਰਬਾਨੈ ਜਾਉ, ਮੈਂ ਉਹਨਾਂ ਤੋਂ ਸਦਕੇ ਜਾਂਦਾ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ। ਜਦੋਂ ਮਨੁੱਖ ਪ੍ਰਮਾਤਮਾ ਦਾ ਨਾਮ ਜਪਿਆ, ਉਸ ਅਵਸਥਾ ਤੱਕ ਪਹੁੰਚ ਗਿਆ, ਫਿਰ ਸਤਿਗੁਰੂ ਜੀ ਕਹਿ ਲਗੇ, ਜਿਨ ਕੇ ਚੋਲੇ ਰਤੜੇ ਪਿਆਰੇ। ਸ੍ਰੀ ਰੂਪੀ ਚੋਲੇ ਦੀ ਗੱਲ ਹੈ, ਇਸ ਮਨੁੱਖਾ ਜਨਮ ਦੀ ਗੱਲ ਹੈ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ, ਕਹੋ ਨਾਨਕ ਕੀ ਅਰਦਾਸ। ਜਿਹੜਾ ਸ੍ਰੀ ਰੂਪੀ ਚੋਲਾ ਕਿਸੇ ਕੰਮ ਆਉਣ ਵਾਲਾ ਨਹੀਂ ਹੈ, ਕਿਉਂਕਿ ਨਾਮ ਤੋਂ ਖਾਲੀ ਹੈ। ਹੁਣ ਉਹਦੇ ਅੰਦਰ ਪ੍ਰਮਾਤਮਾ ਦਾ ਨਾਮ ਪੈਦਾ ਹੋ ਗਿਆ, ਵਸ ਗਿਆ। ਤੇ ਸਤਿਗੁਰੂ ਕਹਿੰਦੇ ਇਹ ਸ੍ਰੀ ਰੂਪੀ ਚੋਲਾ ਹੁਣ ਮਾਲਕ ਨੂੰ ਚੰਗਾ ਲੱਗਣ ਲੱਗ ਪਿਆ। ਤੇ ਸਤਿਗੁਰੂ ਕਹਿੰਦੇ ਜਦੋਂ ਅਵਸਥਾ ਬਣ ਗਈ, ਫਿਰ ਆਪੇ ਸਾਜੇ, ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਨ ਕੰਤੈ ਭਾਵੈ, ਆਪੇ ਹੀ ਰਾਵੇ। ਕਿਉਂਕਿ ਮਾਲਕ ਨੇ ਆਪ ਰੰਗ ਦਿੱਤਾ, ਉਹ ਕਾਮਨ ਜੀਵ ਇਸਤਰੀ ਫਿਰ ਮਾਲਕ ਨੂੰ ਚੰਗੀ ਲੱਗਦੀ ਹੈ। ਇਥੇ ਸਤਿਗੁਰੂ ਕਹਿੰਦੇ ਮਨ ਤਨ ਹੋਏ ਚੁਲੰਭ, ਜੇ ਸਤਿਗੁਰ ਭਾਇਆ। ਜੇ ਸਤਿਗੁਰੂ ਨੂੰ ਭਾ ਜਾਵੇ, ਸਤਿਗੁਰ ਦੀ ਕਿਰਪਾ ਹੋ ਜਾਵੇ, ਸਤਿਗੁਰ ਦੀ ਰਹਿਮਤ ਹੋ ਜਾਵੇ, ਫਿਰ ਮਨ ਤਨ ਹੋਏ ਚੁਲੰਭ, ਮਨ ਅਤੇ ਤਨ ਪ੍ਰਮਾਤਮਾ ਦੇ ਗੂੜੇ ਲਾਲ ਰੰਗ ਦੇ ਅੰਦਰ ਰੰਗਿਆ ਜਾਂਦਾ ਹੈ। ਕਿਉਂਕਿ ਲਾਲ ਰੰਗ ਨੂੰ ਬੜਾ ਸੁਭਾਗਾ ਰੰਗ ਮੰਨਿਆ ਗਿਆ। ਸਤਿਗੁਰ ਨੇ ਬਚਨ ਕੀਤੇ, ਲਾਲ ਰੰਗ ਤਿਸਕੋ ਲੱਗਾ ਜਿਸ ਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵਈ ਨਾ ਲਾਗੇ ਦਾਗਾ। ਜਿਹੜੇ ਨਾਮ ਜਪਣ ਵਾਲੀਆਂ ਰੂਹਾਂ ਹਨ, ਕਿਤੇ ਉਹਨਾਂ ਦੇ ਸਰੀਰ ਦੇ ਚਿਹਰੇ ਨੂੰ ਦੇਖ ਲਓ, ਅੰਦਰ ਪ੍ਰਮਾਤਮਾ ਦਾ ਨਾਮ ਹੈ ਤੇ ਜਿਹੜਾ ਚਿਹਰਾ ਹੈ, ਸਰੂਪ ਹੈ, ਉਹਨਾਂ ਦਾ ਲਾਲ ਰੰਗ ਦਾ ਭਖਿਆ ਹੁੰਦਾ, ਦਗਦਾ ਕਰਦਾ, ਕਿਉਂਕਿ ਅੰਦਰ ਪ੍ਰਮਾਤਮਾ ਦੇ ਨਾਮ ਦੀ ਕਣੀ ਹੈ। ਤੇ ਸਤਿਗੁਰੂ ਕਹਿੰਦੇ ਜੇ ਰੱਬ ਨੂੰ ਚੰਗਾ ਲੱਗੇ, ਗੁਰੂ ਨੂੰ ਭਾ ਜਾਵੇ, ਮਨ ਅਤੇ ਤਨ ਜਿਹੜਾ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ। ਇਸ ਵਾਸਤੇ ਸਤਿਗੁਰੂ ਕਹਿੰਦੇ ਚੱਲੈ ਜਨਮ ਸਵਾਰ ਵਖਰ ਸੱਚ ਲੈ। ਮਨੁੱਖਾ ਜਨਮ ਨੂੰ ਸਵਾਰ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰ, ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ। ਸਤਿਗੁਰ ਦੇ ਸ਼ਬਦ ਰਾਹੀਂ
ਸਤਿਗੁਰੂ ਕੋਲੋਂ ਗਿਆਨ ਲੈ ਕੇ, ਸੋਝੀ ਲੈ ਕੇ ਪ੍ਰਮਾਤਮਾ ਦਾ ਅਦਬ ਡਰ ਆਪਣੇ ਮਨ ਵਿੱਚ ਰੱਖ, ਤਾਂ ਜੋ ਰੱਬ ਦੇ ਘਰ ਵਿੱਚ ਜਾ ਕੇ ਤੈਨੂੰ ਇੱਜ਼ਤ ਮਿਲੇ। ਰਹਾਓ ਮਨ ਤਨ ਸੱਚ ਸਲਾਹ ਸਾਚੇ ਮਨ ਭਾਇਆ। ਸਤਿਗੁਰੂ ਕਹਿੰਦੇ ਹਨ ਜਿਹੜਾ ਮਨੁੱਖ ਆਪਣੇ ਮਨ ਵਿੱਚ, ਆਪਣੇ ਤਨ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਵਸਾ ਕੇ ਰੱਖਦਾ ਹੈ, ਪ੍ਰਮਾਤਮਾ ਦੀ ਵਡਿਆਈ ਕਰਦਾ ਹੈ, ਵੇ ਸਾਚੇ ਮਨ ਭਾਇਆ। ਸਾਚੇ ਤੋਂ ਭਾਵ ਸਦਾ ਥੀ ਰਹਿਣ ਵਾਲਾ ਪ੍ਰਮਾਤਮਾ, ਉਹਦੇ ਮਨ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਜੇ ਸਾਡਾ ਮਨ ਬਾਣੀ ਵਿੱਚ ਸਾਡਾ ਮਨ ਨਹੀਂ ਜੁੜਦਾ ਹੈ ਤਾਂ ਮਤਲਬ ਤੁਸੀਂ ਰੱਬ ਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਜਿਹੜੇ ਰੱਬ ਨੂੰ ਚੰਗੇ ਲੱਗਦੇ ਹਨ ਉਹਨਾਂ ਦੀ ਨਿਸ਼ਾਨੀ ਕੀ ਹੈ? ਭਗਤ ਤੇਰੇ ਮਨ ਭਾਵੰਦੇ, ਦਰ ਸੋਹਣ ਕੀਰਤ ਗਾਵਦੇ। ਜਿਹੜੇ ਰੱਬ ਨੂੰ ਚੰਗੇ ਲੱਗਦੇ ਆ, ਰੱਬ ਉਹਨਾਂ ਕੋਲ ਆਪਣੀ ਵਡਿਆਈ ਕਰਵਾਉਂਦਾ, ਸਿਫਤ ਸਲਾਹ ਕਰਵਾਉਂਦਾ ਹੈ। ਤੇ ਸਤਿਗੁਰੂ ਕਹਿੰਦੇ ਸਾਚੇ ਮਨ ਭਾਇਆ, ਸਦਾ ਥੀ ਰਹਿਣ ਵਾਲਾ ਪ੍ਰਮਾਤਮਾ ਉਹਨਾਂ ਦੇ ਮਨ ਵਿੱਚ ਆ ਕੇ ਵਸਦਾ ਹੈ। ਲਾਲ ਰਤਾ ਮਨ ਮਾਨਿਆ, ਗੁਰ ਪੂਰਾ ਪਾਇਆ। ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਨੂੰ ਜੀਵਨ ਅੰਦਰ ਪੂਰਾ ਗੁਰੂ ਮਿਲ ਗਿਆ, ਫਿਰ ਲਾਲ ਰਤਾ ਮਨ ਮਾਨਿਆ, ਉਹਨਾਂ ਦਾ ਜਿਹੜਾ ਮਨ ਹੈ ਪ੍ਰਮਾਤਮਾ ਦੇ ਨਾਮ ਵਿੱਚ ਮੰਨ ਗਿਆ। ਕਹੇ ਕਬੀਰ ਮਨ ਮਾਨਿਆ, ਮਨ ਮਾਨਿਆ ਤਉ ਹਰ ਜਾਣਿਆ। ਕਿਉਂਕਿ ਜਿੰਨੇ ਚਿਰ ਮਨ ਹੀ ਨਹੀਂ ਮੰਨਦਾ ਉਨ ਚਿਰ ਰੱਬ ਨੂੰ ਜਾਣਿਆ ਨਹੀਂ ਜਾ ਸਕਦਾ। ਅਸੀਂ ਕਹਿੰਦੇ ਤੇਰੀ ਗੱਲ ਉੱਤੇ ਮੇਰਾ ਮਨ ਨਹੀਂ ਮੰਨਦਾ, ਹੁਣ ਕਿਸੇ ਦੀ ਗੱਲ ਉੱਤੇ ਮਨ ਨਹੀਂ ਮੰਨਦਾ ਤੇ ਕਿਵੇਂ ਜਾਣ ਸਕਦੇ ਹਾਂ? ਤੇ ਸਤਿਗੁਰੂ ਕਹਿੰਦੇ ਹਨ ਉਹ ਜਿਨ੍ਹਾਂ ਦਾ ਮਨ ਮੰਨ ਗਿਆ ਪ੍ਰਮਾਤਮਾ ਦੇ ਨਾਮ ਵਿੱਚ ਪੂਰੇ ਗੁਰੂ ਦੀ ਰਾਹੀਂ, ਫਿਰ ਲਾਲ ਰਤਾ ਉਹਨਾਂ ਦਾ ਮਨ ਪ੍ਰਮਾਤਮਾ ਦੇ ਪਿਆਰ ਦੇ ਅੰਦਰ ਰਤਿਆ ਗਿਆ। ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੈ। ਸਤਿਗੁਰੂ ਕਹਿੰਦੇ ਹੇ ਪ੍ਰਮਾਤਮਾ, ਜਦੋਂ ਤੇਰੇ ਸ੍ਰੇਸ਼ਟ ਗੁਣ ਮੇਰੇ ਅੰਦਰ ਆ ਕੇ ਵਸਦੇ ਹਨ, ਅਸਲ ਵਿੱਚ ਮੇਰਾ ਜੀਵਨ ਉਦੋਂ ਹੀ ਸ਼ੁਰੂ ਹੁੰਦਾ ਹੈ। ਜਿਹਨੂੰ ਸਤਿਗੁਰੂ ਕਹਿੰਦੇ ਆਖਾਂ ਜੀਵਾਂ ਵਿਸਰੈ ਮਰ ਜਾਊ। ਆਹੋਂ ਜੀਵਾਂ, ਜੀਵਾਂ ਦਾ ਭਾਵ ਜ਼ਿੰਦਗੀ, ਆਤਮਿਕ ਜੀਵਨ, ਗੁਣਸਾਰ ਅੰਤਰ ਤੂੰ ਵਸੈ। ਜਦੋਂ ਪ੍ਰਮਾਤਮਾ ਸ਼ੁਭ ਗੁਣਾਂ ਦੇ ਰਾਹੀਂ ਤੂੰ ਅੰਦਰ ਆ ਕੇ ਪ੍ਰਵੇਸ਼ ਕਰਦਾ ਹੈ, ਉਦੋਂ ਮੈਨੂੰ ਜਿਹੜਾ ਮੇਰਾ ਆਤਮਿਕ ਜੀਵਨ ਹੈ ਉਹ ਮਿਲਦਾ ਹੈ। ਤੂੰ ਵਸੈ ਮਨ ਮਾਹੇ ਸਹਜੇ ਰਸ ਰਸ ਹੈ। ਜਦੋਂ ਮਨੁੱਖ ਦੇ ਹਿਰਦੇ ਅੰਦਰ ਆ ਕੇ ਤੂੰ ਵਸ ਜਾਂਦਾ ਹੈ, ਮਨ ਮਾਹੇ ਮਨ ਵਿੱਚ ਆ ਕੇ ਵਸ ਗਿਆ, ਫਿਰ ਸਹਜੇ ਆਤਮਾ ਅਡੋਲਤਾ ਦੇ ਅੰਦਰ ਟਿਕ ਕੇ ਰਸ ਰਸੇ ਉਹ ਜੀਵ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਪ੍ਰਮਾਤਮਾ ਦੇ ਨਾਮ ਰਸ ਨੂੰ ਪ੍ਰਾਪਤ ਕਰਦੇ ਹਨ। ਮੂਰਖ ਮਨ ਸਮਝਾਏ ਆਖੂੰ ਕੇ ਧੜਾ। ਸਤਿਗੁਰੂ ਕਹਿੰਦੇ ਮੈਂ ਆਪਣੇ ਇਸ ਮੂਰਖ ਮਨ ਨੂੰ ਬਹੁਤ ਸਮਝਾ ਕੇ ਥੱਕ ਗਿਆ ਹਾਂ। ਬੜਾ ਇਸ ਮਨ ਨੂੰ ਸਮਝਾਇਆ, ਕੀ ਕਹਿਣ ਲੱਗੇ? ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਧੜਾ। ਕਿ ਜਿੰਨਾ ਚਿਰ ਤੋਂ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦਾ, ਕਿਉਂਕਿ ਮਨ ਸਾਡਾ ਸੰਸਾਰ ਵਿੱਚ ਉਡਾਰੀਆਂ ਮਾਰਦਾ ਹੈ, ਗੁਰੂ ਦੀ ਸ਼ਰਨ ਵਿੱਚ ਆਉਣ ਵਾਸਤੇ ਤਿਆਰ ਹੀ ਨਹੀਂ। ਕਿਉਂਕਿ ਗੁਰੂ ਦੇ ਸ਼ਰਨ ਵਿੱਚ ਆਵੇਗਾ, ਗੁਰੂ ਦਾ ਉਪਦੇਸ਼ ਹਿਰਦੇ ਅੰਦਰ ਵਸੇਗਾ, ਤਾਂ ਇਸ ਮਨ ਦਾ ਕੁਝ ਹੋ ਸਕਦਾ ਹੈ, ਨਹੀਂ ਤਾਂ ਇਹ ਮਨ ਤਾਂ ਸਾਡਾ ਪੰਖੀ ਤਰ੍ਹਾਂ ਉੜਦਾ ਰਹਿੰਦਾ ਹੈ। ਸਤਿਗੁਰੂ ਜੀ ਕਹਿੰਦੇ ਹਨ ਮੂਰਖ ਮਨ ਸਮਝਾਏ। ਮੈਂ ਇਸ ਮੂਰਖ ਮਨ ਨੂੰ ਬਹੁਤ ਸਮਝਾਇਆ ਹੈ। ਆਖੂੰ ਕੇਤੜਾ, ਕਈ ਵਾਰ ਇਹਨੂੰ ਸਮਝਾਇਆ। ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਧੜਾ। ਜਿਹੜੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੇ ਚਰਨ ਸ਼ਰਨ ਵਿੱਚ ਆ ਕੇ ਵਾਹਿਗੁਰੂ ਨਿਰੰਕਾਰ ਦੇ ਗੁਣ ਗਾਉਂਦੇ ਹਨ, ਫਿਰ ਰੰਗ ਰੰਗੇ ਧੜਾ, ਉਹ ਉਹਨਾਂ ਦੇ ਜੀਵਨ ਅੰਦਰ ਪ੍ਰਮਾਤਮਾ ਦੇ ਨਾਮ ਰੰਗ ਜਿਹੜਾ ਉਹ ਚੜ੍ਹਦਾ ਹੈ। ਮਨ ਪ੍ਰਮਾਤਮਾ ਦੇ ਨਾਮ ਵਿੱਚ ਰੰਗਿਆ ਜਾਂਦਾ ਹੈ। ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ। ਸਤਿਗੁਰੂ ਕਹਿੰਦੇ ਆਪਣੇ ਪ੍ਰੀਤਮ ਨੂੰ, ਆਪਣੇ ਮਾਲਕ ਨੂੰ ਨਿਤੀ ਆਪਣੇ ਹਿਰਦੇ ਦੇ ਅੰਦਰ ਸੰਭਾਲਿਆ ਕਰ, ਭਾਵ ਨੂੰ ਯਾਦ ਕਰਿਆ ਕਿ ਉਹ ਰੱਬ ਦਾ ਸਾਡਾ ਆਪਣਾ ਹੈ। ਲੇਕਿਨ ਅਸੀਂ ਉਹਨੂੰ ਸਮਝਿਆ ਨਹੀਂ ਕਿ ਉਹ ਸਾਡਾ ਆਪਣਾ ਹੈ। ਅਸੀਂ ਤੇ ਸਮਝਿਆ ਸੰਸਾਰ ਸਾਡਾ ਹੈ, ਪਰਿਵਾਰ ਸਾਡਾ ਹੈ, ਇਹ ਕਾਰੋਬਾਰ ਸਾਡਾ ਹੈ, ਸਭ ਕੁਝ ਆਪਣਾ। ਇੱਕ ਰਾਮ ਪਰਾਇਆ, ਰਾਮ ਨੂੰ ਪਰਾਇਆ ਕਰ ਦਿੱਤਾ, ਤੇ ਜਿਹਨੇ ਸਾਥ ਨਹੀਂ ਦੇਣਾ ਉਹਨੂੰ ਅਸੀਂ ਆਪਣਾ ਬਣਾ ਲਿਆ। ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ। ਸਤਿਗੁਰ ਕਹਿੰਦੇ ਆਪਣੇ ਵਾਹਿਗੁਰੂ ਪ੍ਰੀਤਮ ਪਿਆਰੇ ਨੂੰ ਨਿਤ ਹਿਰਦੇ ਅੰਦਰ ਯਾਦ ਕਰਿਆ ਕਰ। ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਾਪਣਾ। ਕਿਉਂਕਿ ਜੇ ਉਸ ਨਿਰੰਕਾਰ ਵਾਹਿਗੁਰੂ ਦੇ ਜਿਹੜੇ ਸ਼ੁਭ ਗੁਣ ਹਨ ਤੇਰੇ ਹਿਰਦੇ ਅੰਦਰ ਵਸਣਗੇ, ਜਦੋਂ ਤੂੰ ਸੰਸਾਰ ਤੋਂ ਜਾਵੇਂਗਾ ਉਹ ਗੁਣ ਤੇਰੇ ਨਾਲ ਜਾਣਗੇ। ਕਿਉਂਕਿ ਕੀਤਾ ਹੋਇਆ ਕਰਮ ਸਾਡੇ ਨਾਲ ਜਾਂਦਾ ਹੈ। ਮਾੜਾ ਕਰੀਏ ਚੰਗਾ ਕਰੀਏ, ਚੰਗੇ ਕਰਮ ਕੀਤੇ, ਰੱਬ ਦੀ ਬੰਦਗੀ ਕੀਤੀ, ਵਾਹਿਗੁਰੂ ਨਾਲ ਜੁੜੇ,
ਸਾਡੀ ਬੰਦ ਖਲਾਸੀ ਹੋ ਜਾਵੇਗੀ। ਮਾੜੇ ਕਰਮ ਕੀਤੇ ਵਿਸ਼ੇ ਵਿਕਾਰ ਭੋਗੇ ਫਿਰ ਜੂਨਾਂ ਖੜੀਆਂ ਹਨ। ਸਤਿਗੁਰ ਕਹਿੰਦੇ ਜੇ ਚੱਲੇ ਗੁਣ ਨਾਲ, ਜੇ ਉਸ ਨਿਰੰਕਾਰ ਪ੍ਰਮਾਤਮਾ ਦੇ ਗੁਣਾਂ ਨੂੰ, ਬੰਦਗੀ ਦਾ ਗੁਣ ਆਪਣੇ ਹਿਰਦੇ ਅੰਦਰ ਵਸਾ ਕੇ ਲੈ ਕੇ ਤੁਰੇਗਾ, ਫਿਰ ਨਾ ਹੀ ਦੁੱਖ ਸੰਤਾਪਣਾ, ਫਿਰ ਤੈਨੂੰ ਜੀਵਨ ਅੰਦਰ ਕਦੀ ਦੁੱਖਾਂ ਦਾ ਸੰਤਾਪ ਹੰਡਾਉਣਾ ਨਹੀਂ ਪਵੇਗਾ। ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ। ਮਨਮੁਖ ਬੰਦਾ ਜਿਹੜਾ ਹੈ ਬਸ ਇਸੇ ਭਟਕ ਦੇ ਅੰਦਰ ਭੁੱਲਿਆ ਪਿਆ ਹੈ। ਇਸ ਵਾਸਤੇ ਨਾ ਤਿਸ ਰੰਗ ਹੈ, ਪ੍ਰਮਾਤਮਾ ਦਾ ਪਿਆਰ ਉਹਨੂੰ ਲੱਗਦਾ ਨਹੀਂ। ਮਰਸੀ ਹੋਏ ਵਿਡਾਨਾ ਮਨ ਤਨ ਭੰਗ ਹੈ, ਉਹ ਨਿਖਸਮਾ ਹੋ ਕੇ ਸੰਸਾਰ ਤੋਂ ਜਾਂਦਾ ਹੈ। ਇਸੇ ਵਾਸਤੇ ਗੁਰੂ ਦੀ ਸ਼ਰਨ ਵਿੱਚ ਨਾ ਆਉਣ ਕਰਕੇ ਉਹਦੇ ਮਨ ਵਿੱਚ, ਉਹਦੇ ਤਨ ਵਿੱਚ ਰੱਬ ਦਾ ਰੰਗ ਨਹੀਂ ਲੱਗਦਾ, ਪਿਆਰ ਨਹੀਂ ਲੱਗਦਾ। ਮਨ ਤਨ ਭੰਗ ਹੈ, ਭਾਵ ਉਹਦਾ ਮਨ ਤਨ ਬਿਲਕੁਲ ਖਾਲੀ ਰਹਿੰਦਾ ਹੈ। ਗੁਰ ਕੀ ਕਾਰ ਕਮਾਏ ਲਾਹਾ ਕਰ ਆਣਿਆ। ਜਿਹੜੇ ਗੁਰੂ ਦੀ ਦੱਸੀ ਹੋਈ ਕਾਰ ਸੇਵਾ ਕਰਦੇ ਹਨ, ਗੁਰੂ ਦੇ ਦੱਸੇ ਉਪਦੇਸ਼ ਨੂੰ ਕਮਾਉਂਦੇ ਜੀਵਨ ਦੇ ਅੰਦਰ, ਤੇ ਸਤਿਗੁਰੂ ਕਹਿੰਦੇ ਵੀ ਲਾਹਾ ਕਰ ਆਣਿਆ, ਉਹ ਆਪਣੇ ਜੀਵਨ ਅੰਦਰ ਲਾਹਾ ਪ੍ਰਾਪਤ ਕਰਕੇ ਫਿਰ ਰੱਬ ਦੇ ਘਰ ਵਿੱਚ ਜਾਂਦੇ ਹਨ। ਕਿਉਂਕਿ ਘਰ ਜਿਹੜਾ ਹੈ ਉਹ ਰੱਬ ਦਾ ਸਾਡਾ ਅਸਲ ਘਰ ਹੈ। ਡੱਡਾ ਡੇਰਾ ਇਹ ਨਹੀਂ, ਜਹ ਡੇਰਾ ਤੂੰ ਜਾਣ, ਉਹਾਂ ਡੇਰਾ ਕਾ ਸੰਜਮੋ ਗੁਰ ਕਾ ਸ਼ਬਦ ਪਛਾਣ। ਅਸਲੀ ਡੇਰਾ ਸਾਡਾ, ਅਸੀਂ ਰੱਬ ਦਾ ਘਰ ਸਾਡਾ ਅਸਲੀ ਟਿਕਾਣਾ ਹੈ। ਤੇ ਸਤਿਗੁਰ ਕਹਿੰਦੇ ਹਨ ਜਿਹਨੇ ਗੁਰੂ ਦੀ ਦੱਸੀ ਹੋਈ ਕਾਰ ਕੀਤੀ, ਉਹਨੇ ਜੀਵਨ ਅੰਦਰ ਲਾਹਾ ਪ੍ਰਾਪਤ ਕਰ ਲਿਆ, ਆਪਣੇ ਘਰ ਮੁੜ ਗਿਆ। ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ। ਜਿਹੜੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ, ਗੁਰੂ ਦੀ ਸ਼ਬਦ ਰਾਹੀਂ ਉਸ ਨਿਰੰਕਾਰ ਪ੍ਰਮਾਤਮਾ ਦੀ ਬਾਣੀ ਨਾਲ ਸਾਂਝ ਪਾ ਲੈਂਦੇ ਹਨ, ਫਿਰ ਉਹਨਾਂ ਦਾ ਜਿਹੜਾ ਜੀਵਨ ਨਿਰਵਾਣ ਹੋ ਜਾਂਦਾ ਹੈ, ਵਾਸ਼ਨਾ ਤੋਂ ਰਹਿਤ ਹੋ ਜਾਂਦਾ ਹੈ। ਅਖੀਰਲੇ ਪਦੇ ਅੰਦਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਅਰਦਾਸ ਕਰਦੇ ਹਨ, ਕਹਿਣ ਲੱਗੇ, ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀਹੇ। ਮੇਰੇ ਮਾਲਕ ਪ੍ਰਮਾਤਮਾ, ਇੱਕ ਨਾਨਕ ਦੀ ਅਰਦਾਸ ਤੇਰੇ ਚਰਨਾਂ ਵਿੱਚ ਹੈ, ਜੇ ਤੈਨੂੰ ਚੰਗੀ ਲੱਗੇ। ਕਿਉਂਕਿ ਅਰਦਾਸ ਕਰਨਾ ਸਾਡਾ ਫਰਜ਼ ਹੈ, ਲੇਕਿਨ ਅਰਦਾਸ ਤੇ ਦਾਵਾ ਕਰਨਾ ਸਾਡਾ ਫਰਜ਼ ਨਹੀਂ। ਇਹ ਤਾਂ ਮਾਲਕ ਦੀ ਆਪਣੀ ਮੌਜ ਹੈ ਕਿ ਜੇ ਉਹ ਮਾਲਕ ਸਾਡੀ ਅਰਦਾਸ ਨੂੰ ਪ੍ਰਵਾਨ ਕਰ ਲਵੇ, ਉਹਦੀ ਖੁਸ਼ੀ ਹੈ। ਅਰਦਾਸ ਸਤਿਗੁਰ ਕਹਿੰਦੇ ਇੱਕ ਨਾਨਕ ਕੀ ਅਰਦਾਸ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੈਂ ਪ੍ਰਮਾਤਮਾ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਕਰਦਾ ਹਾਂ, ਜੇ ਤੁਧ ਭਾਵ ਸੀ, ਜੇ ਤੈਨੂੰ ਚੰਗੀ ਲੱਗੇ। ਤੇ ਮੰਗਿਆ ਕਿ ਸਤਿਗੁਰ ਜੀ ਨੇ, ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ। ਮਾਲਕ ਕਿਰਪਾ ਕਰ, ਮੇਰੇ ਹਿਰਦੇ ਦੇ ਅੰਦਰ ਨਾਮ ਦਾ ਨਿਵਾਸ ਹੋ ਜਾਵੇ, ਮੇਰੇ ਹਿਰਦੇ ਅੰਦਰ ਪ੍ਰਮਾਤਮਾ ਤੇਰਾ ਨਾਮ ਟਿਕ ਜਾਵੇ। ਮੈਂ ਤੇਰੇ ਕੋਲ ਹੋਰ ਕੁਝ ਨਹੀਂ ਮੰਗਦਾ, ਕੇਵਲ ਇੱਕ ਨਾਮ ਦੀ ਦਾਤ ਹੀ ਮੰਗਦਾ ਹਾਂ। ਕਿਉਂਕਿ ਜਿਨ੍ਹਾਂ ਨੇ ਨਾਮ ਗੁਰੂ ਦੇ ਕੋਲੋਂ ਮੰਗਿਆ, ਫਿਰ ਸਾਰੀਆਂ ਦਾਤਾਂ ਉਹਨਾਂ ਦੀ ਝੋਲੀ ਅੰਦਰ ਆ ਕੇ ਪੈ ਗਈਆਂ। ਸਤਿਗੁਰ ਦੇ ਚਰਨਾਂ ਵਿੱਚ ਜਦੋਂ ਵੀ ਆਈਏ, ਇੱਕ ਨਾਮ ਦੀ ਜਾਚਨਾ ਕਰੀਏ। ਕਿਉਂਕਿ ਸੰਸਾਰ ਦੇ ਪਦਾਰਥ ਮਾਲਕ ਨੇ ਆਪੇ ਦੇ ਦੇਣੇ ਹਨ, ਉਹਨੇ ਸਾਨੂੰ ਜੀਵਨ ਦਿੱਤਾ ਹੈ। ਮੰਗਣਾ ਪੈਂਦਾ ਹੈ ਤੇ ਕੇਵਲ ਪ੍ਰਮਾਤਮਾ ਦੀ ਵਡਿਆਈ, ਪ੍ਰਮਾਤਮਾ ਦਾ ਨਾਮ ਮੰਗਣਾ ਪੈਂਦਾ ਹੈ। ਮੰਗਣਾ ਮੰਗ ਨੀਕਾ, ਹਰ ਜਸ ਗੁਰ ਤੇ ਮੰਗਣਾ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਆਪਣੇ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨ ਜੀ। ਇਤਨੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ। ਵਿਚਾਰਾਂ ਕਰਦੇ ਬਾਣੀ ਪੜ੍ਹਦੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਭ ਮਾਈ ਭਾਈ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।